ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनक विधि समझावो। हम ज्ञान अल्प मत थोड़ी तुम अपन बिरद रखावो। तुमरी शरण तुम्हारी आसा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਸਤਿਗੁਰੂ ਨੇ ਮਿਲ ਬੈਠਣ ਦਾ ਇਹ ਸੁਭਾਗ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਅੱਜ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਨ ਦਾ ਦਿਵਸ ਵੀ ਹੈ, ਤੇ ਨਾਲ ਹੀ ਸਾਡੇ ਸਤਿਕਾਰਯੋਗ ਵੀਰ ਜਗਜੀਤ ਸਿੰਘ ਜੀ ਆਨੰਦ, ਭੈਣ ਜੀ ਮਨਿੰਦਰ ਕੌਰ ਜੀ ਦੇ ਵਿਆਹ ਦੀ ਸਾਲਗਿਰਾ ਵੀ ਹੈ। ਮਹਾਰਾਜ ਕਿਰਪਾ ਕਰਨ, ਦੋਨਾਂ ਜੀਵਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣ, ਨਾਮ ਦੀਆਂ ਦਾਤਾਂ ਬਖਸ਼ਣ। ਆਓ ਕੁਝ ਸਮਾਂ ਆਨੰਦ ਕਾਰਜ ਦੇ ਉੱਤੇ ਅਸੀਂ ਗੁਰੂ ਬਖਸ਼ੀ ਦੇ ਸਦਕੇ ਲਾਉਣ ਦਾ ਯਤਨ ਕਰੀਏ, ਔਰ ਕੁਝ ਸਮਾਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਉਸ ਕਰਤਾਰਪੁਰ ਦੀ ਧਰਤੀ ਵੱਲ ਆਪਣੀ ਸੁਰਤ ਨੂੰ ਲਿਜਾਣ ਦਾ ਯਤਨ ਕਰੀਏ। ਜੇ ਮਨ ਬਿਰਤੀ ਕਿਤੇ ਇੱਧਰ ਉੱਧਰ ਜਾ ਰਹੀ ਹੈ, ਆਵਾਜ਼ ਮਾਰੋ ਮਨ ਨੂੰ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਤੂੰ ਮਨ ਨੂੰ ਅੰਦਰੋਂ ਆਵਾਜ਼ ਅਸੀਂ ਲਗਾਉਣੀ ਹੈ। ਜਿੱਥੇ ਸਰੀਰ ਕਰਕੇ ਬੈਠੇ ਹਾਂ, ਕਿੱਥੇ ਹਾਜ਼ਰੀ ਮਨ ਦੀ ਵੀ ਲੱਗ ਜਾਏ ਤੇ ਸਾਡਾ ਬੈਠਿਆ ਸਫਲਾ ਹੋ ਜਾਏਗਾ। ਸੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀਓ। ਫੇਰ ਆਖੋ ਹਿਰਦੇ ਦੀ ਗਹਿਰਾਈਆਂ ਵਿੱਚੋਂ ਸਤਨਾਮ ਸ੍ਰੀ ਵਾਹਿਗੁਰੂ ਜੀਓ। ਦੋ ਸਹੇਲੀਆਂ ਸੀ। ਅਕਸਰ ਦੇਖਦੇ ਹਾਂ ਅਸੀਂ, ਜਦੋਂ ਬੱਚੀਆਂ ਜਵਾਨ ਹੁੰਦੀਆਂ ਨੇ, ਇੱਕ ਨਾ ਇੱਕ ਸਹੇਲੀ ਜ਼ਰੂਰ ਉਹਦੀ ਘਰ ਵਿੱਚ ਹੁੰਦੀ ਹੈ। ਵਿਆਹ ਦੇ ਕਾਬਲ ਹੁੰਦੀਆਂ ਨੇ ਜਦੋਂ ਬੱਚੀਆਂ, ਤੇ ਇੱਕ ਸਹੇਲੀ ਜ਼ਰੂਰ ਉਹਦੀ ਫਰੈਂਡਸ਼ਿਪ ਜਿਹਨੂੰ ਕਹਿ ਲਓ ਬਹੁਤ ਹੁੰਦੀ ਹੈ ਉਹਦੇ ਨਾਲ, ਔਰ ਬੜਾ ਪਿਆਰ ਹੁੰਦਾ ਹੈ ਅਕਸਰ ਉਸ ਸਹੇਲੀ ਦੇ ਨਾਲ। ਔਰ ਜਿੱਥੇ ਵੀ ਸਕੂਲ ਤੋਂ ਬਾਅਦ ਵੀ ਘਰ ਵਿੱਚ ਵੀ ਫਿਰ ਉਹ ਗੱਲਾਂ ਵੀ ਆਉਣਾ ਜਾਣਾ ਵੀ ਹੁੰਦਾ ਹੈ। ਸਹੇਲੀਆਂ ਬਹੁਤ ਹੁੰਦੀਆਂ ਨੇ, ਪਰ ਇੱਕ ਖਾਸ ਹੁੰਦੀ ਹੈ। ਗੁਰੂ ਨੇ ਬਖਸ਼ਿਸ਼ ਕੀਤੀ, ਇੱਕ ਸਹੇਲੀ ਦਾ ਵਿਆਹ ਹੋ ਗਿਆ। ਵਿਆਹ ਕੇ ਉਹ ਆਪਣੇ ਸਹੁਰੇ ਘਰ ਚਲੀ ਗਈ। ਇੱਕ ਰਿਵਾਇਤ ਹੈ ਸਾਡੇ ਸਾਰਿਆਂ ਦੇ ਵਿੱਚ, ਵਿਆਹਣ ਤੋਂ ਬਾਅਦ ਇੱਕ ਵਾਰੀ ਬੱਚੀ ਫੇਰਾ ਪਾਉਣ ਆਉਂਦੀ ਹੈ। ਆਪ ਵੀ ਮਾਤਾਵਾਂ ਭੈਣਾਂ ਬੈਠੀਆਂ ਹੋਣ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਹੈ।
ਤੇ ਉਹ ਆ ਕੇ ਘਰ ਆਉਂਦੀ ਹੈ ਫੇਰਾ ਪਾਉਣ। ਉਹਦਾ ਸਭ ਤੋਂ ਪਹਿਲਾਂ ਘਰ ਤੋਂ ਮਿਲਣ ਤੋਂ ਪਹਿਲਾਂ ਸਹੇਲੀ ਨਾਲ ਮਿਲਣ ਦਾ ਜ਼ਿਆਦਾ ਚਿੱਤ ਕਰਦਾ ਹੈ। ਉਹ ਫਿਰ ਦੋਨੋਂ ਸਹੇਲੀਆਂ ਵਿਆਹ ਤੋਂ ਬਾਅਦ ਮਿਲੀਆਂ। ਇੱਕ ਕੁਵਾਰੀ ਸੀ ਤੇ ਇੱਕ ਜਿਹੜੀ ਵਿਆਹੀ ਗਈ ਸੀ। ਉਹ ਹੁਣ ਬੈਠ ਕੇ ਗੱਲਾਂ ਕਰਦੀਆਂ ਨੇ, ਜਿਹਨੂੰ ਫਰੀਦ ਸਾਹਿਬ ਜੀ ਨੇ ਬਾਣੀ ਵਿੱਚ ਬੜਾ ਸੁੰਦਰ ਦੱਸਿਆ ਹੈ। ਇਹ ਮੈਂ ਤਾਂ ਜ਼ਿਕਰ ਕਰ ਰਿਹਾ ਕਿ ਇੱਕ ਸੁਹਾਗਣ ਜਿਹੜੀ ਆਪਣੇ ਪਤੀ ਦੇ ਘਰ ਬੜੀ ਖੁਸ਼ ਹੈ, ਉਹ ਪੇਕੇ ਘਰ ਆ ਕੇ ਘਰਦਿਆਂ ਨੂੰ ਵੀ ਇਤਨੀ ਗੱਲਾਂ ਸਾਂਝ ਨਹੀਂ ਕਰਦੀ ਜਿਹੜੀ ਆਪਣੀ ਸਹੇਲੀ ਨਾਲ ਸਾਂਝ ਕਰਦੀ ਹੈ। ਤੇ ਫਰੀਦ ਸਾਹਿਬ ਨੇ ਉਹਨਾਂ ਨੂੰ ਬੜਾ ਪਿਆਰ ਦੇ ਵਿੱਚ ਕਿਹਾ ਕਿ ਕਿਹੜੀ ਗੱਲ ਕਹੀ। ਉਹ ਗੁਰਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤੀ ਹੈ। ਕਵਣ ਸੁ ਅੱਖਰ ਕਵਣ ਗੁਣ, ਕਵਣ ਸੁਮਣੀਆਂ ਮੰਤ, ਕਵਣ ਸੁਵੇ ਸੋ ਹੋਂ ਕਰੀ, ਜਿਤ ਵਸ ਆਵੇ ਕੰਤ। ਇੱਕ ਕੁਆਰੀ ਕੁੜੀ ਉਸ ਵਿਆਹੀ ਹੋਈ ਸਹੇਲੀ ਨੂੰ ਪੁੱਛਦੀ ਹੈ, ਬਈ ਜਿਹੜਾ ਤੇਰਾ ਪਤੀ ਹੈ, ਧਿਆਨ ਦੇਣਾ, ਤੂੰ ਕਿਵੇਂ ਵਸ 'ਚ ਕੀਤਾ ਹੈ? ਤੂੰ ਬੜੀ ਖੁਸ਼ ਨਜ਼ਰ ਆ ਰਹੀ ਹੈ, ਤੇ ਤੂੰ ਆਪਣੇ ਪਤੀ ਨੂੰ ਕਿਸ ਤਰ੍ਹਾਂ ਵਸ 'ਚ ਕੀਤਾ ਹੈ? ਅਸੀਂ ਆਮ ਤੌਰ 'ਤੇ ਨਾ ਵੈਸੇ ਪਤੀ ਪਰਮੇਸ਼ਰ ਕਹਿ ਦਿੰਦੇ ਹਾਂ, ਪਰ ਮੇਰੀ ਸੋਚ ਇਹ ਵੇ ਕਿ ਪਰਮੇਸ਼ਰ ਨੂੰ ਪਰਮੇਸ਼ਰ ਦੀ ਜਗ੍ਹਾ ਰਹਿਣ ਦੇਈਏ, ਕਿਉਂਕਿ ਪਰਮੇਸ਼ਰ ਦੇ ਗੁਣ ਉਸ ਪਤੀ ਵਿੱਚ ਵੀ ਨਹੀਂ ਹੁੰਦੇ। ਕਈ ਪਤੀ ਐਸੇ ਵੀ ਹੁੰਦੇ ਨੇ ਜਿਹੜੇ ਸ਼ਰਾਬਾਂ ਪੀਂਦੇ ਨੇ, ਤੇ ਮੈਂ ਸਮਝਣਾ ਉਹ ਪਰਮੇਸ਼ਰ ਕਿਵੇਂ ਹੋ ਸਕਦਾ ਹੈ? ਅਸੀਂ ਆਮ ਤੌਰ 'ਤੇ ਕਹਿ ਦਿੰਦੇ ਨਾ ਪਤੀ ਪਰਮੇਸ਼ਰ ਹੈ। ਨਹੀਂ, ਪਰਮੇਸ਼ਰ ਵਾਲੇ ਗੁਣ ਹੋਣਗੇ ਤੇ ਪਤੀ ਹੋਏਗਾ ਨਾ। ਚਲੋ ਇਹ ਅਲੱਗ ਵਿਸ਼ਾ ਹੈ। ਮੈਂ ਤਾਂ ਕਹਿ ਦਿੰਦਾ ਅਸੀਂ ਕੁਝ ਆਪਣੇ ਅਲਫਾਜ਼ ਨੂੰ ਚੇਂਜ ਕਰੀਏ। ਪਤੀ ਹੋ ਸਕਦਾ ਹੈ, ਪਰਮੇਸ਼ਰ ਨਹੀਂ, ਕਿਉਂਕਿ ਜੇ ਪਰਮੇਸ਼ਰ ਦੇ ਗੁਣ ਨੇ ਫਿਰ ਉਹ ਪਤੀ ਹੈ। ਤੇ ਜੇ ਉਹ ਮਾੜੇ ਕੰਮ ਕਰਦਾ ਹੈ, ਸ਼ਰਾਬ ਪੀਂਦਾ ਹੈ ਜਾਂ ਹੋਰ ਮਾੜੇ ਕੰਮ ਕਰਦਾ ਹੈ, ਉਹ ਪਰਮੇਸ਼ਰ ਕਿੱਥੋਂ ਹੋ ਗਿਆ? ਉਹ ਭੈਣ ਪੁੱਛਦੀ ਏ ਕਿ ਤੂੰ ਕਿਹੜਾ ਵੇਸ ਅਪਣਾਇਆ ਹੈ ਜਿਹਦੇ ਨਾਲ ਤੂੰ ਪਤੀ ਨੂੰ ਰਜ਼ਾ ਦਿੱਤਾ ਹੈ, ਖੁਸ਼ ਕਰ ਦਿੱਤਾ ਹੈ? ਕਵਣ ਸੁਗੁਣ ਅੱਖਰ, ਕਵਣ ਗੁਣ, ਉਹ ਕਿਹੜਾ ਅੱਖਰ ਤੂੰ ਵਰਤਿਆ? ਉਹ ਕਿਹੜਾ ਗੁਣ ਸੀ? ਉਹ ਕਿਹੜਾ ਮਣੀਆਂ ਮੰਤ, ਕਿਹੜਾ ਤੂੰ ਜਿਹੜਾ ਕੋਈ ਸ਼੍ਰੋਮਣੀ ਮੰਤਰ ਐਸਾ ਤੂੰ ਬੋਲ, ਤੂੰ ਕਿਹੜਾ ਵਰਤਿਆ ਹੈ ਜਿਹਦੇ ਨਾਲ ਤੂੰ ਇਹ ਵੇਸ ਕੀਤਾ ਤੇ ਤੇਰਾ ਪਤੀ ਤੇਰੇ ਵੱਸ 'ਚ ਆ ਗਿਆ? ਭਾਵ ਕਿ ਤੂੰ ਖੁਸ਼ ਹੋ ਗਈ ਔਰ ਤੇਰਾ ਪਤੀ ਤੇਰੇ ਤੋਂ ਖੁਸ਼ ਹੋ ਗਿਆ। ਇਹ ਸਾਡੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਗ੍ਰਸਤ ਜੀਵਨ ਬਾਰੇ ਵੀ ਕਾਫੀ ਗੱਲਾਂ ਨੇ। ਵਿਆਹ ਹੈ ਨਾ, ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਕਹਿ ਹੀ ਦੇਵਾਂ ਕਿ 4 ਤਰ੍ਹਾਂ ਦੇ ਵਿਆਹ ਦੱਸੇ ਗਏ ਨੇ। ਇੱਕ ਵਿਆਹ ਹੁੰਦਾ ਸਰੀਰ ਤੇ ਆਤਮਾ ਦਾ, ਇਹਦਾ ਵੀ ਜ਼ਿਕਰ ਹੈ। ਇੱਕ ਹੁੰਦਾ ਆਤਮਾ ਤੇ ਪਰਮਾਤਮਾ ਦਾ। ਇੱਕ ਹੁੰਦਾ ਜਿੰਦ ਦਾ ਤੇ ਮੌਤ ਦਾ। ਜਦ ਮੌਤ ਲਾੜਾ ਬਣ ਕੇ ਆਂਦੀ ਏ ਤੇ ਫਿਰ ਸਾਨੂੰ ਲੈ ਕੇ, ਇਹ ਵੀ ਵਿਆਹ ਹੈ। ਤੇ ਇੱਕ ਸਾਡੇ ਸਰੀਰਾਂ ਦਾ ਵਿਆਹ ਹੈ, ਜੋ ਇੱਕ ਨਰ ਤੇ ਮਾਦਾ ਦਾ ਵਿਆਹ ਹੈ। ਇਸ ਤਰ੍ਹਾਂ ਮੰਨ ਲਓ, ਜਿਹਦੇ 'ਚ ਮਹਾਰਾਜ ਕਹਿੰਦੇ ਨੇ ਨਾ ਕਿ ਧਨ ਫਿਰ ਇਹ ਨਾ ਆਖੀਏ ਬਹਿਣ ਜੋ ਇਕੱਠੇ ਹੋਏ। ਪਤੀ ਪਤਨੀ ਉਹ ਨਹੀਂ ਜਿਹੜੇ ਇਕੱਠੇ ਬੈਠੇ ਨੇ, ਉਹ ਨਹੀਂ। ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਉਹ ਐਸੇ ਪਤੀ ਪਤਨੀ ਹੋਣ, ਸਰੀਰ ਭਾਵੇਂ 2 ਨੇ ਪਰ ਜੋਤ ਇੱਕੋ ਜਿਹਾ। ਤੇ ਉਹ ਕਹਿੰਦੀ ਕਿਹੜਾ ਅੱਖਰ ਤੂੰ ਵਰਤਿਆ ਹੈ ਜਿਹਦੇ ਨਾਲ ਤੂੰ ਪਤੀ ਨੂੰ ਵਸ ਕਰ ਲਿਆ, ਔਰ ਕਿਹੜਾ ਤੂੰ ਗੁਣ ਹੈ ਤੇਰੇ ਵਿੱਚ, ਔਰ ਕਿਹੜੇ ਬੋਲ ਤੂੰ ਐਸੇ ਬੋਲੇ ਨੇ ਜਿਹਦੇ ਕਰਕੇ ਤੇਰੇ ਵੱਸ 'ਚ ਆ ਗਿਆ ਪਤੀ। ਔਰ ਉਸ ਸੁਹਾਗਣ ਨੇ ਜਿਹੜੀ ਨਵੀਂ ਵਿਆਹੀ ਸੀ,
ਉਹਨੇ ਆਪਣੀ ਸਹੇਲੀ ਕੁਆਰੀ ਸੀ, ਉਹਨੂੰ ਜਵਾਬ ਦੇ ਰਹੀ ਏ। ਉਹ ਕਹਿੰਦੀ ਮੈਂ ਪਤਾ ਕੀ ਕੀਤਾ, ਨੀਵਣ ਸੂ ਅੱਖਰ, ਮੈਂ ਜਿਹੜਾ ਅੱਖਰ ਵਰਤਿਆ ਨਾ, ਮੈਂ ਨੀਵੀਂ ਹੋ ਗਈ ਹਾਂ। ਇਹ ਹਰ ਇੱਕ ਸੁਹਾਗਣ ਵਾਸਤੇ ਵੇ, ਇਹ ਪਤੀ ਵਾਸਤੇ ਵੀ ਏ ਤੇ ਪਤਨੀ ਵਾਸਤੇ ਵੀ ਹੈ। ਉਹ ਕਹਿੰਦੀ ਮੈਂ ਨਿਵ ਹੋ ਗਈ, ਨਿਮਰਤਾ ਵਿੱਚ ਆ ਗਈ। ਦੇਖੋ ਜਿੰਨਾ परमात्मा उच्चा है ना, उन्ना तू नीवा हो जा। आपस को जो जाने नीचा, सौ गणिए सब ते ऊंचा। देखो आम विच रस बनता है ना, तो भारी होंदा ना, तो वो थले नीवा होया जाता है, क्योंकि वो मिठास आ गई है। जदों साडे अंदर बाणी पढ़ पढ़ के मिठास आ जाएगी ना, असी निव चलन लग पावांगे। धर तराजू तोलीए नीवें सो गोरा होए, धन गुरु नानक पातशाह। तराजू हुंदा ना, जिस तराजू दे पल्ले दे छाबे दे विच भार पाओ ना, धर तराजू तोलीए नीवें सो गोरा होए, वो भारा हो जाता है। भाव कि उहदा मुल ज्यादा हुंदा है, जिहड़ा पासा भारा हुंदा है। अपराधी दूआं नीवें, जो हंता मिरगाए, उस तरह का झुकना नहीं जिस तरह शिकारी बिल्कुल लेट के हिरन का या मृग का शिकार करता है। वो की करता है, बिल्कुल झुक जाता है। डंडोत हार, जिस तरह असी कहने डंडोत बंधन अनकबार, डंडोत भाव पूरा डंडे हार लेट जाना, डंडोत डंडे हार। वो भी देखो लेट हो भी रहा है, जिहड़ा शिकार करन वास्ते। अपराधी दूना नीवें, जो हंता मिरगाए, जो मृग नूं मारन वास्ते एवें लेटिया होया वे। महाराज कहते ने अपराधी दूना नीवें, जो हंता मिरगाए, सीस निवाइए क्या थिए, जो जां रिदे कुसुदा जाए। उस नीवेंपण का की फायदा, जिदे अंदर मन विच खोट है कि मैं उस हिरन नूं मारना है। सवाल ते ये वे, निमरता तो भाव शरीर करके झुकण दा नहीं, मन करके झुक। मैं मन करके नीवी हो गई हाँ। मैं कहती है नीवन सु अखर। तां ही बुद्धिजीवां ने अरदास विच कहंदे ने ना, सिखां दा मन नीवा ते मत उच्ची। देखो जे गृहस्थ जीवन नूं असीं चलाना है ना, ते असीं नीवें हो जाइए, और नीवें नूं भाग लगदे जी। साडी की हालत है, मन नूं उच्चा कर लिया, मत नूं नीवी कर लई। अरदास करया करो, मेरी भी दास कूकर दी भी करया करो, अपनी भी करया करो, कि मन नीवा रवे। तो कहती मैं जिहड़े अखर वरते ना, वो मैं नीवी हो गई। नीवण सु अखर, खवण गुण। वाह, खवण तो भाव हुंदा है कि किसे नूं खिमा कर देना, अपना दोष कहंदे ना, या तो सामने वाले नूं खिमा कर दो, ते या जे गलती होई है खिमा मंग लो। दोनों वड्डियां गल्लां ने, गल छोटी ना समझना। या तो गलती होई है, ध्यान देना, जे चलदे जीवन गृहस्थ च पति पत्नी कोल गलती होई है, ते उत्थे आकड़ ना दिखाओ। अज कोर्ट विच केस क्यों जांदे ने, क्योंकि ईगो आ जाती सामने। जे पत्नी कोल गलती हुई है, पति कोल माफ़ी मांग ले, झगड़ा ही मुक गया। जे पति कोल गलती हुई है, पति माफ़ी मांग ले, झगड़ा ही मुक गया। तो महाराज कहते पे ने फरीद साहब के रूप विच कि कहते ने, खवण गुणिया तो खिमा कर दे, ते जे गलती हुई है तो खिमा मंग लै, कलेश ही मुक जाएगा। हुण देखो अज वीर जी के 26 साल होए ने शादी नूं। इहदे विच की है, इहनूं कहंदे ने एडजस्टमेंट विचारां दी। देखो जितने शादियां लव मैरिज हुंदियां ने ना, मैं कह देवां, क्योंकि कई गल्लां नहीं भी कहणियां हुंदियां, पर कहण दे नाल इह हुंदा कि सानूं गल्लां दा पता लग जांदा है, जिन्हां नूं नहीं पता। लव मैरिज है अज ज़्यादा तो ज़्यादा लव मैरिज क्यों डिस्प्यूट हो जाते हैं, क्योंकि ये प्यार जिसम दे ने ज़्यादातर। वो 6 महीने 8 महीने साल बाद बुखार उतर जाता है, तो फिर साढ़े कलेश चालू हो जाते हैं। दरअसल जिहड़ा मियाँ बीबी का रिश्ता है ना,
वो विचारां दा रिश्ता है। जे वो कहेगी मैं इधर जाना, वो कहेगी इधर जाना, कलेश हो जाएगा। वो कहते ने एक ने कही तो दूजे ने मानी। किथे पति ढह जाए, किथे पत्नी ढह जाए, किथे पति यह ना सोचे कि हर गल ते मैं ही नहीं झुकना, तो फिर पत्नी के मैं नहीं झुकना, तो उत्थे कलेश है। एक महापुरखों कोल एक लेडीज आई, कहती मैं बहुत परेशान हाँ, बहुत कलेश है घर विच, कुछ करो। महापुरख समझ गए, कह लगे बच्चा की गल है? कहते वो शराब बड़ी पींदा है, वो घर आके रात को रोज लड़दा है मेरे नाल। ते महापुरख कहते तू अगों की करनी है? कहती मैं फिर अगों बोलनी हाँ, फिर लड़ाई होंदी है, फिर वो घरों चले जाते हैं, फिर आ जाते हैं, फिर रोटी नहीं बनती, बड़ा कलेश है घर विच। और घर घर दी भी लड़ाइयां ने। तां ही फरीद सकते ने नीमन सुअखर खवण गुण। तो फिर की होया? कहते ने मैं इस तरह, तो महापुरखा ने कहा अज एक बचन पल्ले बन लै, जदों पी के आवे 40 दिन तू नहीं बोलना, बस तू मन नूं ताला ला लई, गुरु भली करेगा। चली गई घर। महापुरखों के कमाई वालियां दे बचन होंदे ने, सांभ लईए। ते घर पहुंची, उवें पी के आया पर बोली नहीं। हुण बोली नहीं, वो शांत। 2 दिन चलिया, 4 दिन, 5 दिन, 20 दिन हो गए। वो हुण एक दिन बोल पिया, इन्ना उच्ची बोलिया, उहदे कोल रिहा ना गया। हुण उस लेडीज को उन्हें फिर आ देखिया ना, ता फिर लड़ाई झगड़ा शुरू, फिर वो जूट पटान। फिर महापुरखों को गई, कह लगे जी वो तो फिर उवें ही है। उन्हें कहा तू की किता? कहती मैं 20 दिन तो चुप रही, उस तो बाद मेरे को रिहा नहीं गया। उन्होंने कहा एक कदों तो पींदा शराब? कहते काफ़ी समा हो गया। कहते जे तू अपनी आदत बोलन की नहीं छड़ सकती, तो वह काफ़ी समय तो पींदा पिया, वो किवें छड़ देगा? इस करके जे घरेलू रिश्ते गृहस्थ दे बनाने ने ना, किथे एडजस्ट कर लो ते किथे करा लो। सारे ढह भी ना जाओ ते सारे मन भी ना लवो। हुण घर विच बच्चे ने, बच्चों की मन भी लो ते किथे अड़ भी ना जाओ, दोनों ही काम ने। जदों बीबी भाणी का आनंद कारज होया ना, ते गुरु अमरदास पातशाह ने खड़े होके भरी संगत विच अपनी बच्ची नूं, जो जेठा जी दे नाल विआही गई, आनंद कारज होए, 3 भब्बे बीबी भाणी दे झोली विच पाए सन कि भाणी 3 गल्लां याद रखनी पब्बे, पब्बा पुली जी, पब्बा पाणी ते पब्बा भला जी। कुछ हो जाए, क्योंकि आनंद कारज होना सी ते महाराज नूं पता सी गुरु रामदास पातशाह दी आरबला आरजू ज्यादा नहीं है। महाराज ने अपनी आरबला विचों 4 साल कुछ समा भाई जेठा जी नूं दिता। ये गल भी बीबी भाणी नूं पता सी। ते जे कदी दुख आ जाए तो बची भाणे नूं मनन दी भी याद रख लई, उत्थे रोवी पिट्टी ना। दूजा क्या सी कि पुली किथे गलती हो गई सस दे या कोई सोहरे दे सामने, ते उत्थे फिर हथ जोड़ के कहीं मैं भुल गई हाँ, मैनूं खिमा कर दो। ते घर विच कुछ भी गल होए, हर गल नूं तू भला मन के चली। ये 3 भब्बे जदों गुरु अमरदास पातशाह ने पाए ना, ते साध संगत अज वो भब्बे अज तक चल रहे हैं। गुरु रामदास पातशाह सोढी वंश जिहड़ा लिया सी ना, वो सारे असी अज सोढी वंश तो ही हाँ। तो ये गल उन्होंने कही कि कमण सु अखर कमण गुण, कमण सुमणिया मंत, कमण सुवेसो हो करी, जित वस आवे कंत। ते अगों कहंदे ने नीमन सु अखर खमण गुण, जेबा मणिया मंत। कहंदे मेरे बोल सी ना मैं मिठे कर ले, जिदे विच करवाड़ सी। देखो जे ते घर दी पेके घर अगर कुड़ी लाड़ विच रहिंदी है, वो 12 बजे उठे 11 बजे उठे, वो प्यार है, वो माता पिता तो सत्कार, उन्होंने कहते चलो माँ कहती सौन दो, अगे जाके तो काम ही करने ने ना। फिर वो 11-12 बजे तक सुत्ती रहिंदी, वो लाड़ हुंदा है। पर यही लाड़ जे वो सोहरे घर चली जावे 11 बजे उठे ना, तो वो फिर पता की हुंदा है,
वो दोष मनिया जाता है। कहती मैं अपने जीवन विच ना मिठास ले आंदी, मैं हूँ कोड़ा भी नहीं बोलती, हूँ मैं मिठा बोलनी हाँ, क्योंकि मेरा पिता मिठा बोलता है। मिठ बोलड़ा जी हरसज्जन स्वामी मोरा, हूँ संभल थकी जी, वो कदे ना बोले कोड़ा। ਹੁਣ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਗੁਰਪੁਰਬ ਵਾਹਿਗੁਰੂ ਅਸੀਂ ਜੋਤੀ ਜੋਤ ਦਿਵਸ ਮਨਾ ਰਹੇ ਹਾਂ ਨਾ, ਕਿੱਥੇ ਵੀ ਗੁਰੂ ਨਾਨਕ ਨੇ ਇੱਕ ਬਚਨ ਵੀ 70 ਸਾਲ ਦੀ ਆਰਬਲਾ ਦੇ ਵਿੱਚ ਸਰੀਰ ਰੂਪ ਵਿੱਚ ਸਨ, ਕਿੱਥੇ ਵੀ ਬਚਨ ਕੋੜਾ ਨਹੀਂ ਬੋਲਿਆ, ਕਿਉਂਕਿ ਕੋੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਉਹ ਬੋਲਣਾ ਹੀ ਨਹੀਂ ਜਾਣਦੇ, ਰੱਬ ਹੁੰਦਾ ਬੋਲਦਾ ਹੀ ਨਹੀਂ ਕੋੜਾ। ਜੇ ਰੱਬ ਨਹੀਂ ਕੋੜਾ ਬੋਲਦਾ ਤੇ ਬੱਚੀ ਕਹਿੰਦੀ ਹੈ ਮੇਰੇ ਕੋਲੋਂ ਰੱਬ ਦੇ ਗੁਣ ਆ ਗਏ, ਮੈਂ ਹੁਣ ਕੋੜਾ ਬੋਲਦੀ ਨਹੀਂ। ਇਸ ਕਰਕੇ ਇਹ ਤਰੇ ਭੈਣੇ ਵੇਸ ਕਰ ਤਾਂ ਵਸਾਵੀ ਕੰਤ। ਇਹ ਕਰਕੇ ਮੈਂ ਆਪਣੇ ਪਤੀ ਪਰਮੇਸ਼ਰ ਕਹਿ ਲਓ, ਵੈਸੇ ਪਰਮੇਸ਼ਰ ਮੈਂ ਪਹਿਲਾਂ ਕਿਹਾ ਨਹੀਂ ਕਹਿਣਾ, ਉਹ ਪਤੀ ਨੂੰ ਮੈਂ ਵਸ ਕਰ ਲਿਆ। ਇਸੇ ਤਰ੍ਹਾਂ ਜੇ ਅਸੀਂ ਰੱਬ ਦੇ ਨਾਲ ਇਹ 3 ਗੁਣ ਵਰਤ ਲਾਂਗੇ, ਉਹ ਸਾਡਾ ਪਤੀ ਜਿਹੜਾ ਪਰਮੇਸ਼ਰ ਪਰਮਾਤਮਾ ਹੈ ਨਾ, ਅਸੀਂ ਉਹਨੂੰ ਵੀ ਵਸ ਕਰ ਲਾਂਗੇ। ਤਾਂ ਹੀ ਕਿਹਾ ਨਾ ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਭਗਤਾਂ ਨੇ ਆਪ ਇਸਤਰੀ ਰੂਪ ਬਣ ਕੇ ਰੱਬ ਨਾਲ ਵਿਆਹ ਕਰਕੇ, ਰੱਬ ਨੂੰ ਸੁਹਾਗਣ ਆਪ ਬਣ ਕੇ, ਰੱਬ ਨੂੰ ਪਤੀ ਪਰਮੇਸ਼ਰ ਮੰਨ ਕੇ ਰੱਬ ਨੂੰ ਵਸ ਕਰ ਲਿਆ। ਤੇ ਕਿੱਥੇ ਖੇਤਾਂ ਵਿੱਚ ਵਾਹੀ ਵੀ ਕਰਾਈ, ਤੇ ਕਿੱਥੇ ਸਹਿਣ ਵਰਗਿਆਂ ਨੇ ਮਾਲਿਸ਼ ਵੀ ਰੱਬ ਕੋਲੋਂ ਕਰਾ ਲਈ। ਰੱਬ ਨੀਵੇਂ ਕੰਮ ਵੀ ਕਰ ਦਿੰਦਾ ਹੈ। ਤੋ ਮਹਾਰਾਜ ਅੱਜ ਸਾਨੂੰ ਇਹ ਕਹਿ ਰਹੇ ਨੇ ਕਿ ਜੇ ਗ੍ਰਸਤ ਜੀਵਨ ਚਲਾਣਾ ਹੀ ਨਾ ਤੇ ਨੀਵਾਂ ਹੋ ਜਾ। ਇਹ ਦੋਨਾਂ ਜੀਆਂ ਵਾਸਤੇ ਵੇ, ਇਹ ਮੈਂ ਕਹਿ ਰਿਹਾ ਮੇਰੇ ਵਾਸਤੇ ਵੀ ਹੈ। ਤੇ ਜਿੱਥੇ ਸੂਈ ਅੜਦੀ ਏ ਉੱਥੇ ਹੀ ਕਲੇਸ਼ ਆਰੰਭ ਹੁੰਦੇ ਨੇ। ਤੁਸੀਂ 1 ਮਿੰਟ ਵਾਸਤੇ ਅਗਰ ਕਹਿ ਦੋ ਭਾਈ ਮੇਰੇ ਕੋ ਭੁੱਲ ਹੋ ਗਈ ਹੈ, ਤੁਹਾਡਾ ਪਿਆਰ ਦੂਣਾ ਹੋ ਜਾਏਗਾ। ਅੱਜ ਕੋਰਟ ਕਚਹਿਰੀਆਂ ਕਿਉਂ ਇਸ ਕਾਰਨ ਭਰੀਆਂ ਨੇ? ਕਾਰਨ ਇਹੀ ਹੈ ਕਿ ਅੜ ਜਾਣਾ। ਸੋ ਬਹੁਤ ਬਹੁਤ ਵਧਾਈਆਂ ਪਰਿਵਾਰ ਨੂੰ ਜੋ ਮਹਾਰਾਜ ਨੇ ਇਹਨਾਂ ਪਾਸੋਂ 26 ਸਾਲ ਗੁਰੂ ਮਹਾਰਾਜ ਦੀ ਬਖਸ਼ੀ ਦੇ ਸਦਕੇ ਗ੍ਰਸਤ ਜੀਵਨ ਵਿੱਚ ਇਕੱਠੇ ਗੁਜ਼ਾਰੇ ਹਨ, ਔਰ ਭਾਗਾਂ ਵਾਲੇ ਹੁੰਦੇ ਹਨ, ਔਰ ਰਹਿੰਦੇ ਵੀ ਜੋ ਜੀਵਨ ਦੇ ਸਵਾਸ ਨੇ ਇਹਨਾਂ ਦੇ। ਕਿਉਂਕਿ ਜਦੋਂ ਗੁਰਬਾਣੀ ਦੀ ਰੋਸ਼ਨੀ ਵਿੱਚ ਅਸੀਂ ਜੀਵਨ ਨੂੰ ਬਤੀਤ ਕਰਾਂਗੇ ਨਾ, ਉਦੋਂ ਘਰ ਵਿੱਚ ਕਲੇਸ਼ ਹੋਏਗਾ ਹੀ ਨਹੀਂ। ਇਹ ਮੈਂ ਸੱਚ ਕਹਿ ਰਿਹਾ। ਫਿਰ ਬੰਦਾ ਕਹੇਗਾ ਛੱਡ ਅਸੀਂ ਮੈਂ ਕੀ ਲੈਣਾ। ਜੇ ਬੰਦਾ ਇਹ ਕਹਿੰਦੇ ਨਾ ਮੈਂ ਹੀ ਹਾਰਿਆ ਤੁਸੀਂ ਜਿੱਤੇ। ਦੇਖੋ ਕਈ ਵਾਰੀ ਕੀ ਹੁੰਦਾ ਹੈ, ਇੱਕ ਪੰਕਤੀ ਆਉਂਦੀ ਹੈ, ਗੁਰਮੁਖ ਹਾਰ ਚਲੇ ਜਗ ਜੀਤਾ। ਬੜੀ ਵਧੀਆ ਪੰਕਤੀ, ਗੁਰਮੁਖ ਹਾਰ ਚਲੇ ਜਗ ਜੀਤਾ। ਕਈ ਵਾਰੀ ਬੰਦਾ ਸਮਝਦਾ ਹੈ ਕਿ ਮੈਂ ਹੰਕਾਰ ਵਿੱਚ ਮੈਂ ਜਿੱਤ ਲਿਆ, ਦਰਅਸਲ ਉਹ ਹਾਰਿਆ ਹੁੰਦਾ ਹੈ। ਤੇ ਕਈ ਵਾਰੀ ਨਿਮਰਤਾ ਵਿੱਚ ਕਹਿੰਦਾ ਮੈਂ ਹਾਰ ਗਿਆ, ਦਰਅਸਲ ਜਿੱਤਿਆ ਹੁੰਦਾ ਹੈ। ਉਹ ਹਾਰ ਕੇ ਵੀ ਜਿੱਤ ਜਾਂਦਾ ਹੈ, ਕਈ ਵਾਰੀ ਬੰਦਾ ਜਿੱਤ ਕੇ ਵੀ ਹਾਰ ਜਾਂਦਾ ਹੈ। ਤੋ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਹਾਰ ਚਲੇ ਜਗ ਜੀਤਾ। ਤੋ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਮੈਂ 2 ਕਨਸੈਪਟ ਤਾਂ ਲੱਲੇ ਨੇ ਕਿਉਂਕਿ ਵੱਡਾ ਦਿਹਾੜਾ ਹੈ। ਮੈਂ ਚਾਹੁੰਦਾ ਕੁਝ ਪੰਛੀ ਝਾਤ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਵੀ ਲਈਏ। ਬਹੁਤ ਲੰਮੇਰਾ ਇਤਿਹਾਸ ਹੈ। ਮੇਰੀ ਛੋਟੀ ਰਸਨਾ ਇਤਨੇ ਕਾਮਲ ਗੁਰੂ ਦੀ ਵਿਆਖਿਆ ਨਹੀਂ ਕਰ ਸਕਦੀ, ਪਰ ਜਿਤਨੀ ਗੁਰੂ ਸੋਝੀ ਬਖਸ਼ੇ ਮਨ ਬਿਰਤੀਆਂ ਬਸ ਇਕਾਗਰ ਕਰੋ ਤੇ ਆਪਣੀ ਸੁਰਤ ਨੂੰ ਕਰਤਾਰਪੁਰ ਲੈ ਕੇ ਇੱਕ ਫਿਲਮ ਬਣਾਓ ਮਨ ਵਿੱਚ। ਦੇਖੋ ਜੇ ਅਸੀਂ ਫਿਲਮ ਜਦੋਂ ਵੇਖਦੇ ਹਾਂ ਨਾ ਤੇ ਸਾਡਾ ਧਿਆਨ ਹੁੰਦਾ ਤੇ ਅਸੀਂ 3 ਘੰਟੇ ਫਿਲਮ ਦੇ ਵਿੱਚ ਲਾ ਲੈਂਦੇ ਹਾਂ। ਅੱਜ ਆਪਣੀ ਬਿਰਤੀ ਨੂੰ ਅਸੀਂ ਕਰਤਾਰਪੁਰ ਲੈ ਜਾਓ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨਨਕਾਣਾ ਸਾਹਿਬ ਤੋਂ ਥੋੜ੍ਹਾ ਦੂਰ ਹੈ, ਅਖੀਰਲਾ 18 ਸਾਲ ਜਿਹਦੇ ਵਿੱਚ 7 ਸਾਲ ਬਾਬਾ ਭਾਈ ਲਹਿਣਾ ਜੀ ਨਾਲ ਰਹੇ ਨੇ। ਤੇ ਲਹਿਣਾ ਜੀ ਜਦੋਂ ਮਹਾਰਾਜ ਨੇ ਜੋਤੀ ਜੋਤ ਸਮਾਣਾ ਸੀ, 3-4 ਦਿਨ ਪਹਿਲਾਂ ਗੱਦੀ ਦੇ ਕੇ ਤੇ ਮਹਾਰਾਜ ਨੂੰ ਖਡੂਰ ਸਾਹਿਬ ਭੇਜ ਦਿੱਤਾ ਸੀ। ਤੇ ਉਸ ਧਰਤੀ ਦੇ ਉੱਤੇ ਜਦ ਮਹਾਰਾਜ ਵਿਚਰ ਰਹੇ ਸਨ, ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਹੋਈ ਐਸੇ ਕਰਕੇ ਵੇ ਕਿ ਉਸ ਵੇਲੇ ਸੰਸਾਰ ਦੇ ਵਿੱਚ ਬਹੁਤ ਕਹਿਰ ਮਚਿਆ ਹੋਇਆ ਸੀ। ਕਰਮ ਕਾਂਡ,
ਜਾਤ ਪਾਤ ਦਾ ਕੋੜ, ਊਚ ਨੀਚ, ਘੂੰਗੜ ਦੀ ਪ੍ਰਥਾ, ਇਸਤਰੀ ਜਾਤੀ ਦਾ ਮਾਨ ਨਾ ਹੋਣਾ, ਬੜੀ ਤਰ੍ਹਾਂ ਦੇ ਲੋਕ ਨੀਵੀਆਂ ਉੱਚੀ ਆਪਣੇ ਆਪ ਨੂੰ ਬਣਾ ਕੇ ਤੇ ਧਾਰਮਿਕ ਰਸਤੇ ਤੋਂ ਭਟਕੇ ਹੋਏ ਸਨ। ਗੁਰੂ ਨਾਨਕ ਪਾਤਸ਼ਾਹ ਦੀ ਆਮਦ ਹੋਈ ਔਰ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਧਰਤੀ ਨੂੰ ਤੇ ਆ ਕੇ ਲੋਕਾਈ ਨੂੰ ਸੋਧਣ ਵਾਸਤੇ, ਲੋਕਾਈ ਨੂੰ ਸਿੱਧੇ ਰਾਹ ਪਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਇੱਕ ਉਦਾਸੀ ਦੀ ਰੀਤ ਬਣਾ ਕੇ ਸੰਸਾਰ ਵਿੱਚ ਵਿਚਰਨ ਵਾਸਤੇ ਸਾਡੇ ਵਰਗੇ ਮੰਦ ਬੁੱਧੀ ਵਾਲੇ ਜੀਵਾਂ ਨੂੰ ਗਿਆਨ ਦਾ ਪ੍ਰਕਾਸ਼ ਦੇਣ ਵਾਸਤੇ ਆਪਣੇ ਘਰ ਦੇਖੋ ਜਦੋਂ ਚੱਲੇ ਨੇ, ਦੇਖੋ ਧਿਆਨ ਦੇਣਾ, 2 ਪੁੱਤਰ ਵੀ ਸਨ। ਮੈਂ ਕਈਆਂ ਦਾ ਇਤਿਹਾਸ ਪੜ੍ਹਨਾ, ਉਦਾਸੀ ਤੇ ਜਦ ਨਿਕਲੇ ਤੇ ਉਹ ਸੁੱਤੇ ਪਏ ਹੀ ਨਿਕਲ ਗਏ, ਬੱਚੇ ਸੁੱਤੇ ਨੇ ਬਈ ਨਾ ਦੇਖਣ। ਮਹਾਰਾਜ ਸਾਰਿਆਂ ਨੂੰ ਕਹਿ ਕੇ, ਹਾਲਾਂਕਿ ਸੁਲੱਖਣੀ ਨੇ ਕਿਹਾ ਤੁਸੀਂ ਆਪਣੇ 2 ਪੁੱਤਰ ਛੱਡ ਕੇ ਜਾ ਰਹੇ ਹੋ, ਕਹਿੰਦੇ ਤੁਹਾਨੂੰ ਸੁਲੱਖਣੀ, ਤੁਹਾਨੂੰ 2 ਪੁੱਤਰ ਨਜ਼ਰ ਆ ਰਹੇ ਨੇ, ਮੈਂ ਜਿਹੜੇ ਸੰਸਾਰ ਦੇ ਇਤਨੇ ਪੁੱਤਰ ਨੇ ਮੈਂ ਤੇ ਉਹਨਾਂ ਵਾਸਤੇ ਵੇਖ ਰਿਹਾ, ਜੇ ਤੇਰੇ 2 ਪੁੱਤਰ ਨੇ ਤੇ ਮੇਰੇ ਉਹ ਵੀ ਤੇ ਪੁੱਤਰ ਹੀ ਨੇ ਨਾ। ਗੁਰੂ ਨਾਨਕ ਪਾਤਸ਼ਾਹ ਨੇ, ਧਿਆਨ ਦੇਣਾ, ਆਪਣੇ ਪੁੱਤਰ ਹੀ ਸਮਝੇ, ਭਾਵੇਂ ਉਹ ਕੋਡਾ ਰਾਕਸ਼ ਏ, ਭਾਵੇਂ ਉਹ ਸੱਜਣ ਠੱਗ ਏ ਤੇ ਭਾਵੇਂ ਵਲੀ ਕੰਧਾਰੀ ਏ, ਉਸ ਸੰਸਾਰ ਨੂੰ ਤਾਰਨ ਵਾਸਤੇ ਘਰੋਂ ਨਿਕਲੇ। ਗੁਰੂ ਨਾਨਕ ਕਲ ਤਾਰਨ ਗੁਰੂ ਨਾਨਕ ਆਇਆ। ਦੇਖੋ ਮਹਾਂਪੁਰਖ ਇਹ ਵਜੀਆਂ ਰੂਹਾਂ, ਮੇਰੀ ਗੱਲ ਸੁਣੋ, ਜਦੋਂ ਸੰਸਾਰ ਵਿੱਚੋਂ ਜਾਂਦੀਆਂ ਨੇ ਨਾ, ਕੁਛ ਦੇ ਕੇ ਜਾਂਦੀਆਂ ਨੇ। ਕਰਤਾਰਪੁਰ ਵਿੱਚ ਜਦੋਂ ਮਹਾਰਾਜ ਦਾ ਅਖੀਰਲਾ ਸਮਾਂ ਆਇਆ ਨਾ, ਸਮਝ ਲਓ ਅੱਜ ਦਾ ਦਿਹਾੜਾ, ਇੱਕ ਵਾਰੀ ਹਿਰਦੇ ਨਾਲ ਕਹੋ ਧੰਨ ਗੁਰੂ ਨਾਨਕ, ਫੇਰ ਕਹੋ ਧੰਨ ਗੁਰੂ ਨਾਨਕ। ਦੇਖੋ ਕਰਤਾਰਪੁਰ ਜਦੋਂ ਮਹਾਰਾਜ ਦਾ ਅਖੀਰਲਾ ਸਮਾਂ ਆਇਆ ਨਾ, ਹਿੰਦੂ ਵੀ ਇਕੱਠੇ ਹੋ ਗਏ, ਮੁਸਲਮਾਨ ਵੀ ਇਕੱਠੇ ਹੋ ਗਏ। ਮਹਾਰਾਜ ਨੇ ਨਾ ਚਿੱਟੀ ਚੱਦਰ ਓੜ ਲਈ। ਬੜੇ ਧਿਆਨ ਨਾਲ ਸਰਵਣ ਕਰਨਾ। ਦੇਖੋ ਮੈਂ ਤੇ ਇਸ ਹਿਸਾਬ ਨਾਲ ਸੋਚ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ, ਅਸੀਂ ਕਰਤਾਰਪੁਰ ਦੀ ਧਰਤੀ ਤੇ ਹੁਣ ਗਏ ਹਾਂ, ਇਹ ਸਾਰਾ ਫਿਲਮ ਸਾਹਮਣੇ ਚੱਲ ਰਹੀ ਹੈ। ਹੋ ਸਕਦਾ 5-10 ਮਿੰਟ ਉੱਤੇ ਵੀ ਹੋ ਜਾਣ ਅੱਜ, ਕਿਉਂਕਿ ਇਹ ਮੇਰੀ ਸੋਚ ਹੈ ਕਿ ਜੇ ਆ ਜੋਤੀ ਜੋਤ ਸਮਾਨ ਦਾ ਦਿਵਸ ਹੈ ਨਾ, ਤੇ ਉਹਦਾ ਅਸੀਂ ਆਨੰਦ ਲਈਏ ਕਿ ਕਿਸ ਤਰ੍ਹਾਂ ਮਹਾਰਾਜ ਸਾਨੂੰ ਇੱਕ ਉਪਦੇਸ਼ ਦੇ ਕੇ ਗਏ ਨੇ। ਚੱਦਰ ਓੜ ਲਈ, ਅਖੀਰਲਾ ਸਮਾਂ ਸੀ ਤੇ ਸਾਰੇ ਇਕੱਠੇ ਹੋ ਗਏ, ਹਿੰਦੂ ਵੀ ਮੁਸਲਮਾਨ ਵੀ, ਤੇ ਇਕੱਠੇ ਹੋਏ ਤੇ ਗੁਰੂ ਸਾਹਿਬ ਨੇ ਉਪਦੇਸ਼ ਦੇਣਾ ਹੈ। ਦੇਖੋ ਜਾਂਦਿਆਂ ਵੀ ਉਪਦੇਸ਼ ਦੇ ਕੇ ਗਏ। ਮੈਨੂੰ ਇੱਕ ਗੱਲ ਯਾਦ ਆ ਰਹੀ ਹੈ, ਸੁਕਰਾਤ ਯੂਨਾਨ ਦਾ ਬਹੁਤ ਵੱਡਾ ਨਾਮ ਜਪਣ ਵਾਲਾ ਇੱਕ ਰਿਖੀ ਹੋਇਆ ਹੈ, ਸੁਕਰਾਤ। ਸ਼ਾਇਦ ਤੁਹਾਡੇ ਵੀ ਜੈਨ ਵਿੱਚ ਉਸ ਦਾ ਨਾਮ ਹੋਵੇ। ਜਿਹੜੇ ਇਤਿਹਾਸ ਪੜ੍ਹਦੇ ਨੇ ਨਾ, ਉਹ ਉਹਨਾਂ ਦਾ ਜ਼ਿਕਰ ਜ਼ਰੂਰ ਕਰਦੇ ਨੇ। ਸੁਕਰਾਤ ਰਿਖੀ ਹੋਇਆ ਹੈ। ਮੈਂ ਉਹਦਾ ਤਾਂ ਇਹਦੇ ਨਾਲ ਜੋੜ ਰਿਹਾ ਕਿ ਉਹਦਾ ਅਖੀਰਲਾ ਸਮਾਂ ਆ ਗਿਆ ਤੇ ਉਹ ਕੁਛ ਦੇਣਾ ਸੀ ਉਸਨੇ। ਉਹਦੇ ਜਿੰਨੇ ਵੀ ਸ਼ਾਗਿਰਦ ਕਹਿ ਲਓ, ਜਿੰਨੇ ਵੀ ਉਹਨੂੰ ਮੂਰਛਤ ਸਮਝਦੇ ਸਨ, ਸਾਰੇ ਇਕੱਠੇ ਹੋ ਗਏ। ਤੇ ਯੂਨਾਨ ਦਾ ਜਿਹੜਾ ਹੁਕਮਰਾਨ ਸੀ, ਜਿਹੜਾ ਰਾਜਾ ਸੀ, ਉਹਨੇ ਐਲਾਨ ਕੀਤਾ ਕਿ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਇਆ ਜਾਏ, ਇਹਨੂੰ ਮਾਰਨਾ ਹੈ। ਜ਼ਹਿਰ ਦਾ ਪਿਆਲਾ, ਕਿਉਂਕਿ ਪਹਿਲਾਂ ਇਸ ਤਰ੍ਹਾਂ ਵੀ ਮੌਤ ਹੁੰਦੀ ਸੀ ਕਿ ਜ਼ਹਿਰ ਦਾ ਪਿਆਲਾ ਅੰਦਰ ਗਿਆ, ਜਿਉਂ ਹੀ ਅੰਦਰ ਗਿਆ ਸਵਾਸ ਖਤਮ, ਮਾਰਨਾ ਚਾਹੁੰਦੇ ਸਨ। ਜਦ ਇਹ ਆਰਡਰ ਹੋਇਆ, ਉਹਨੇ ਆਰਡਰ ਸਾਨੂੰ ਹੋਵੇ ਤੇ ਅਸੀਂ ਘਬਰਾ ਜਾਵਾਂਗੇ ਨਾ। ਸੁਕਰਾਤ ਸਨ ਨਾ ਜਿਹੜੇ,
ਅਧਿਆਤਮਕ ਅਵਸਥਾ ਬੜੀ ਉੱਚੀ ਸੀ ਉਹਨਾਂ ਦੀ। ਮੇਰੀ ਗੱਲ ਦਾ ਧਿਆਨ ਦੇਣਾ। ਤੇ ਉਹ ਖਿਲਖਿਲਾ ਕੇ ਹੱਸ ਪਏ। ਜਿਹੜੇ ਉਹਨਾਂ ਦੇ ਸ਼ਾਗਿਰਦ ਸਨ ਉਹ ਕਹਿੰਦੇ, ਸੁਕਰਾਤ ਜੀ, ਤੁਹਾਨੂੰ ਆਰਡਰ ਹੋਇਆ ਹੈ ਕਿ ਜ਼ਹਿਰ ਦਾ ਪਿਆਲਾ ਪੀਣਾ ਹੈ ਤੇ ਪੀਂਦਿਆਂ ਹੀ ਤੁਹਾਡੀ ਮੌਤ ਹੋ ਜਾਣੀ ਹੈ, ਤੁਸੀਂ ਖੁਸ਼ ਹੋ ਰਹੇ ਹੋ, ਹੱਸ ਰਹੇ ਹੋ ਖਿਲਖਿਲਾ ਕੇ। ਕਹਿੰਦੇ ਨੇ, ਹਾਂ, ਹੱਸਣ ਵਾਲੀ ਤੇ ਗੱਲ ਹੈ, ਇਹ ਗੱਲ ਅੱਜ ਪੱਲੇ ਬੰਨ ਲਈਏ। ਕਹਿੰਦੇ ਨੇ, ਮੈਨੂੰ ਇੱਕ ਨਾ, ਸੁਕਰਾਤ ਕਹਿੰਦੇ, ਮੈਨੂੰ ਇੱਕ ਗੱਲ ਯਾਦ ਆ ਗਈ, ਇੱਕ ਕਥਾ ਯਾਦ ਆ ਗਈ ਉਸ ਮਰਨ ਵੇਲੇ, ਮੌਤ ਤੋਂ ਪਹਿਲਾਂ। ਕਹਿੰਦੇ ਨੇ, ਇੱਕ ਮਾਲਕ ਨੇ ਨਾ ਪਿੰਜਰੇ ਵਿੱਚ ਪੰਛੀ ਪਾਲਿਆ। ਇਹ ਤੁਸੀਂ ਆਪਣੇ ਤੇ ਲੈਣਾ, ਮੈਂ ਆਪਣੇ ਤੇ ਲੈਣਾ। ਪੰਛੀ ਪਾਲਿਆ, ਰੋਜ਼ ਚੋਗਾ ਪਾਵੇ, ਦਾਣਾ ਪਾਵੇ, ਪਾਣੀ ਦੇਵੇ, ਉਹਨੂੰ ਪਿਲਾਵੇ। ਹੁਣ ਜੋ ਮਾਲਕ ਬੋਲਦਾ ਸੀ ਉਹੀ ਪੰਛੀ ਬੋਲਦਾ ਸੀ। ਜੋ ਮਾਲਕ ਕਹਿੰਦਾ ਸੀ, ਤੁਸੀਂ ਦੇਖੋ ਵੀਡੀਓ ਵੀ ਕਈ ਵਾਰੀ ਆਉਂਦੀਆਂ ਨੇ, ਇੱਕ ਤੋਤਾ ਵੀ ਦਿਖਾਉਂਦੇ ਨੇ, ਉਹ ਵਾਹਿਗੁਰੂ ਬੋਲਦਾ, ਉਹ ਵੀ ਵਾਹਿਗੁਰੂ ਬੋਲਦਾ ਹੈ। ਕਹਿੰਦੇ ਨੇ ਉਸ ਪੰਛੀ ਨੇ ਕੀ ਕੀਤਾ, ਜੋ ਮਾਲਕ ਬੋਲਦਾ ਸੀ ਨਾ, ਮਾਲਕ ਦੇ ਹਿਸਾਬ ਬੋਲਦਾ ਸੀ, ਉਹਨੇ ਮਾਲਕ ਦਾ ਦਿਲ ਜਿੱਤ ਲਿਆ ਪੰਛੀ ਨੇ। ਇੱਕ ਦਿਨ ਪਤਾ ਕੀ ਹੋਇਆ, ਸੁਕਰਾਤ ਕਹਿੰਦਾ ਇੰਨਾ ਖੁਸ਼ ਹੋਇਆ ਮਾਲਕ, ਉਹਨੇ ਪਿੰਜਰੇ ਵਿੱਚੋਂ ਕੱਢ ਕੇ ਨਾ ਆਪਣੇ ਮੋਢਿਆਂ ਤੇ ਰੱਖ ਲਿਆ, ਉਸ ਪੰਛੀ ਨੂੰ ਸਿਰ ਤੇ ਬਿਠਾ ਲਿਆ, ਹੱਥ ਤੇ ਚੁੰਮਿਆ। ਤੇ ਕਹਿੰਦੇ ਨੇ ਉਹ ਪੰਛੀ ਬੜਾ ਖੁਸ਼ ਹੋਇਆ, ਉਹ ਰੱਬ ਦਾ ਸ਼ੁਕਰ ਕਰ ਰਿਹਾ ਕਿ ਮੈਂ ਮਾਲਕ ਦਾ ਚੋਗਾ ਖਾ ਕੇ, ਮਾਲਕ ਦਾ ਦਾਣਾ ਖਾ ਕੇ, ਮਾਲਕ ਦਾ ਸਾਨ ਨਹੀਂ ਭੁੱਲਿਆ, ਤੇ ਮਾਲਕ ਨੇ ਮੈਨੂੰ ਇਸ ਪਿੰਜਰੇ ਵਿੱਚੋਂ, ਕੈਦ ਵਿੱਚੋਂ ਕੱਢ ਕੇ ਮੈਨੂੰ ਆਜ਼ਾਦ ਕੀਤਾ। ਤੇ ਉਹ ਖਿਲਖਿਲਾ ਕੇ ਹੱਸਿਆ ਕਿ ਅੱਜ ਮੈਂ ਕੈਦ ਤੋਂ ਮੁਕਤ ਹੋ ਗਿਆ ਹਾਂ। ਤੇ ਸੁਕਰਾਤ ਕਹਿੰਦਾ ਆਪਣੇ ਸ਼ਾਗਿਰਦਾਂ ਨੂੰ, ਇਹ ਸੰਸਾਰ ਵੀ ਨਾ ਇੱਕ ਕੈਦ ਹੈ। ਦੇਖੋ ਹੁਣ ਧਿਆਨ ਦਿਓ, ਕਹਿੰਦਾ ਸੁਕਰਾਤ ਕਹਿੰਦਾ ਇਹ ਵੀ ਸੰਸਾਰ ਵੀ ਇੱਕ ਕੈਦ ਹੈ। ਕਬੀਰ ਜਗ ਕਾਜਲ ਕੀ ਕੋਠਰੀ, ਅੰਤ ਭਰੇ ਤਿਸ ਮਾਹੇ। ਇਹ ਜਗ ਹੈ ਨਾ, ਕਾਜਲ ਦੀ ਇੱਕ ਨਾ ਕਾਲੀ ਕੋਠਰੀ ਹੈ, ਇਹਦੇ ਵਿੱਚ ਅੰਧਕਾਰ ਭਰਿਆ ਪਿਆ ਹੈ। ਹੋਂ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ। ਉਹ ਨਿਕਲ ਜਾਂਦੇ ਨੇ ਜਿਹੜੇ ਆਪਣੇ ਆਪ ਨੂੰ ਬਚਾ ਲੈਂਦੇ ਨੇ, ਕਿਉਂਕਿ ਕਾਲਕ ਹੀ ਕਾਲਕ ਹੋਵੇ ਨਾ ਤੇ ਨਿਕਲਣਾ ਬੜਾ ਮੁਸ਼ਕਲ ਹੁੰਦਾ ਹੈ। ਕਹਿੰਦੇ ਨੇ ਮੈਂ ਉਹਦਾ ਕਹਿਣਾ ਮੰਨਿਆ, ਉਸ ਪੰਛੀ ਨੇ ਬਾਹਰ ਆ ਗਿਆ ਤੇ ਹੁਣ ਪੰਛੀ ਆਜ਼ਾਦ ਹੋ ਗਿਆ। ਮੈਂ ਤਾਂ ਖਿਲਖਿਲਾ ਕੇ ਹੱਸਿਆ। ਤੇ ਉਹ ਪਤਾ ਅੱਗੋਂ ਕੀ ਕਹਿੰਦੇ ਨੇ, ਸ਼ਾਗਿਰਦ ਕਹਿੰਦੇ ਨੇ, ਫਿਰ ਤੇ ਅਸੀਂ ਵੀ ਪਿਆਲਾ ਪੀ ਲਾਂਗੇ, ਅਸੀਂ ਵੀ ਇਸ ਜੰਜਾਲ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਾਂ। ਸੁਕਰਾਤ ਕਹਿੰਦਾ ਤੁਸੀਂ ਮੇਰੀ ਗੱਲ ਨਾ ਪੂਰੀ ਤਰ੍ਹਾਂ ਸਮਝੀ ਨਹੀਂ। ਸੁਕਰਾਤ ਕਹਿੰਦਾ ਜੀ ਤੁਸੀਂ ਮੇਰੀ ਗੱਲ ਸਮਝੀ ਨਹੀਂ। ਮੈਂ ਉਸ ਪੰਛੀ ਦੀ ਗੱਲ ਕਰ ਰਿਹਾ ਜਿਹਨੇ ਹਰ ਗੱਲ ਜੋ ਮਾਲਕ ਕਹਿੰਦਾ ਸੀ ਉਹ ਬੋਲਦਾ ਵੇ, ਉਤੋਂ ਤੋਂ ਖੁਸ਼ ਹੋ ਕੇ ਉਹਨੇ ਆਪ ਕੱਢਿਆ ਤੇ ਮੈਨੂੰ ਮੋਢੇ ਤੇ ਰੱਖਿਆ ਤੇ ਮੈਨੂੰ ਆਜ਼ਾਦ ਕੀਤਾ। ਤੇ ਹੁਣ ਮੈਂ ਬੰਧਨ ਤੋਂ, ਪਿੰਜਰੇ ਤੋਂ, ਸੰਸਾਰ ਦੇ ਪਿੰਜਰੇ ਤੋਂ ਮੁਕਤ ਹੋ ਗਿਆ ਵਾਂ। ਸਤਿਗੁਰ ਸਿੱਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਤੇ ਉਹ ਜਿਹੜੇ ਸੇਵਕ ਸੀ, ਸ਼ਾਗਿਰਦ ਸਨ, ਕਹਿੰਦੇ ਅਸੀਂ ਵੀ ਫਿਰ ਪਿੰਜਰਾ ਤੋੜ ਕੇ ਅਸੀਂ ਵੀ ਬਾਹਰ ਆ ਜਾਂਦੇ ਹਾਂ। ਕਹਿੰਦੇ ਨੇ ਨਹੀਂ ਭੋਲਿਓ, ਐਵੇਂ ਨਹੀਂ। ਜੇ ਤੁਸੀਂ ਐਵੇਂ ਕਰੋਗੇ, ਮੈਂ ਤੇ ਰੱਬ ਦੀ ਰਜ਼ਾ ਦੇ ਵਿੱਚ ਮੈਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਤੇ ਇਹ ਪਿਆਲਾ ਪਾਇਆ ਜਾ ਰਿਹਾ ਹੈ, ਜਿਹਦੇ ਕਰਕੇ ਮੈਂ ਮੁਕਤ ਹੋਣਾ ਹੈ। ਮੈਂ ਰੱਬ ਦੀ ਹਰ ਗੱਲ ਮੰਨੀ ਹੈ ਤੇ ਤਾਂ ਤੁਸੀਂ ਜ਼ਬਰਦਸਤੀ ਪਿੰਜਰਾ ਕੱਢ ਕੇ ਬਾਹਰ ਆਓਗੇ। ਜਿਹੜਾ ਮਾਲਿਕ ਵੇਖਦਾ ਹੈ ਕਿ ਪਿੰਜਰਾ ਤੋੜ ਕੇ ਕੋਈ ਪੰਛੀ ਬਾਹਰ ਆ ਰਿਹਾ, ਉਹਦਾ ਫਿਰ ਪੈਰਾ ਵੀ ਸਖਤ ਕਰ ਦਿੰਦਾ ਹੈ। ਧਿਆਨ ਦੇਣਾ, ਉਹਦਾ ਪਿਆਰਾ ਨਾ ਸਖਤ ਕਰ ਦਿੰਦਾ, ਉਹਨੂੰ ਫਿਰ ਜਨਮ ਮਰਨ ਦਾ ਗੇੜ, ਭਾਵ ਕਿ ਉਹਨੂੰ ਕਹਿੰਦਾ ਇਹ ਹੁਣ ਕਿਤੇ ਪੰਛੀ ਕਿਤੇ ਭੱਜ ਨਾ ਜਾਏ। ਸਵਾਦ ਤੇ ਤਾਂ ਹੈ ਜੇ ਮਾਲਕ ਆਪ ਕੱਢ ਕੇ ਮੈਨੂੰ ਬਾਹਰ ਕੱਢੇ। ਤੇ ਅੱਜ ਮੈਨੂੰ ਮਾਲਕ ਦਾ ਹੁਕਮ ਹੋਇਆ ਕਿ ਦੇਖੋ, ਕਈ ਐਸੇ ਵੀ ਨੇ, ਮੈਂ ਰੋਡ ਤੇ ਵੀ ਦੇਖਣਾ, ਕੁੱਤੇ ਤੜਫਦੇ ਹੁੰਦੇ ਨੇ, ਕਈ ਬੰਦੇ ਵੀ ਤੜਫਦੇ ਹੁੰਦੇ ਨੇ, ਉਹਨਾਂ ਦੀ ਜਾਨ ਨਹੀਂ ਨਿਕਲਦੀ। ਕਹਿੰਦੇ ਨੇ ਰੱਬ ਦਾ ਦੇਖੋ ਸ਼ੁਕਰ, ਸਾਰੀ ਉਮਰ ਮੈਂ ਰੱਬ ਦੀ ਗੱਲ ਮੰਨੀ ਹੈ, ਇੰਨੀ ਗੱਲ ਮੈਂ ਰੱਬ ਦੀ ਕੋਈ ਗੱਲ ਨਹੀਂ ਟਾਲੀ।
और देखो अज रब मनु एक प्याला पिला के मनु सुरखरू कर रहा है, तो तुसी जबरदस्ती जंजाल नू पिंजरे नू तोड़ोगे तो तुसी फिर फाइयां विच पै जाओगे। समझ गए? क्योंकि अखीरले वेले जदों कोई जाता है ना, महापुरख कुछ दे जाता है। तो वो जिहड़े शागिर्द सी ना, वो पता की कहंदे ने, उन्होंने बड़ी अच्छी गल कही। कहंदे सुकरात जी तुसी जा रहे हो, कोई गल ऐसी दस जाओ जिहदे नाल असी अपने जीवन दे विच ढाल लईए। तो उन्होंने बड़ी सुंदर गल की। मैं अज किसी विद्वान की गल सुन रहा सी, मेरे मन नूं पा गए, तो मैं क्या मैं संगत ही जरूर सांझ करा। सुकरात ने फिर प्याला पीन तो बाद जिहड़ा एक बचन करके गया, वो कहंदा मैं जिहड़ी जिंदगी है ना, इस ढंग नाल जीए कि मैं किसी कोलों हार नहीं मन्नी। ध्यान देना, मैं किसी को हार नहीं मन्नी। जब उन्हें ये गल कही, सारे शागिर्द कहंदे ने सानू भी दसो, असी भी हार नहीं मनना। वो कहंदे ने तुहाडी ये भुले मेरी गल ते पूरी होण दो। कहंदे ने मैं जिंदगी अपनी इस ढंग नाल जीवीए, मैं किसी को हार नहीं मन्नी। पता क्यों हार नहीं मन्नी? पता क्यों हार नहीं मन्नी? वो कहंदे दसो क्यों हार नहीं मन्नी? कहंदे ने इस करके कि किसी नूं मैं जितन की कोशिश ही नहीं की। वेखो कितनी वड्डी गल है। असी कहने बहस करके मैं जितना है, साडे च मैं में ना, घर च नूं सस की लड़ाई हो जाओ, कहंदी नहीं मैं इहनूं हरा के रहना गल्लां विच। सुकरात कहंदा मैं किसी नूं हराउण दी जरूरत ही नहीं की, इस करके मैं किसी को हारिया ही नहीं। हारदा होवे जिहड़ा जितन की कोशिश करता है। देखो कितना वड्डा मैसेज है। असी भी किसी नूं जितन वास्ते नहीं आए, असी अपने आप नूं जितना है। असी गलती है कर दी, असी बहस करके दूजियां नूं हराउण की कोशिश कर रहे हैं। अज गुरु नानक पातशाह जदों जान लगे तो अखीरला संदेश पता की दिता? चदर महाराज ने ले ली, हिंदू आ गए इकट्ठे हो गए, मुसलमान इकट्ठे हो गए। वो कहंदे ने साडा वली है, वो कहंदा साडा देव है। वो अल्लाह वली कहंदे सन, ये कहंदे सन साडा नानक देव साडा देव है। झगड़ा पै गया, इन्ना झगड़ा वध गया। उस करतारपुर की धरती ते जद चदर चुकी, अद्धे हिंदू खिंचन लग पे, अद्धे मुसलमान खिंचन लग पे। ते दे ही नहीं हैगी सी उत्थे, शरीर ही नहीं सी। दरअसल ना गुरु नानक शरीर है ही नहीं सा। उत्थे पता की सी? उस चदर थले 2 फुल पे सन, गुलाब दे। वो संदेश की सी? मैं क्या ना, महापुरख जदों संसार विचों जाते ने ना, कुछ संदेश दे के जाते हैं। वो पता की सी? वो गुलाब दे फुल सन। गुरु नानक खुशबू वंडन आए सन, ते खुशबू नूं कित्थे तुसी कैद नहीं कर सकते। तुसी किसी बाग विच चले जाओ, फुल्लां दे बाग विच, ਉਹਦੀ महक ਇੰਨੀ ਹੁੰਦੀ है, नक बंद भी कर लो ना, ਉਹਦੀ खुशबू ਨੂੰ ਤੁਸੀਂ रोक नहीं सकते। ਤੁਹਾਨੂੰ खुशबू ਲੈਣੀ पेगी। गुरु नानक जिथे भी गए, बगदाद विच गए भावें, उन्होंने समझा, उन्होंने कटोरा भर के ना जद दुध का सामने रखा, कभी किसी को देना होवे ना, तो सियाणे कहंदे ने भर के दुध ना दवो, इत्थों पता लगता है कि वह मन करके नहीं दे रहा, वो एक वंगार कट रहा है। गुरु नानक पातशाह रमज नूं समझ गए कि वह दुध का कटोरा भर के दे रहे ने गिलास, बई उन्हों का मतलब सी कि इत्थे बड़े पीर ने, तुहाडी जगह नहीं है। तो गुरु नानक पातशाह ने कोल तुलसी का पत्ता सी, वो तोड़ के ना उस दुध के विच रख दिता। कहंदे ने गुरु नानक पातशाह का भी एक रमज सी कि इत्थे मैं जगह नहीं घेरन आया, इत्थे तो मैं खुशबू वंडन आया, तो खुशबू जगह नहीं घेरदी। जे तुसी गुरबाणी का प्रचार करो ना, इहदी जगह नहीं घेरदी। जगह तदों घिरदी है मैं कोई डेरा बना लांगा, मैं अपने सेवक बना लांगा, उदों जगह घिरेगी। गुरु नानक पातशाह ने एक संदेश दिता, हे दुनिया के लोगों, मैं खुशबू वंडन आया, तो खुशबू कोई जगह नहीं घेरदी। खुशबू तो जिथे चाहे कोई बंदा लै सकता है। चदर पाड़ी, एक अद्धी ओ लै गए, अद्धी ओ लै गए, विचों थलों वेख्या फुल ने। दरअसल गुरु नानक ना नूर सी, परमात्मा की जोत सी।
ਜੋਤ ਤੇ ਉਹਨਾਂ ਨੇ ਅੰਗਦ ਹੀ ਟਿਕਾ ਦਿੱਤੀ, ਉਹਨਾਂ ਨੇ ਅਮਰਦਾਸ ਹੀ ਟਿਕਾਤੀ, ਉਹਨਾਂ ਨੇ ਰਾਮਦਾਸ ਹੀ ਟਿਕਾਤੀ, ਉਹਨਾਂ ਨੇ ਅਰਜਨ ਦੇਵ ਜੀ ਟਿਕਾਤੀ, ਹਰਗੋਬਿੰਦ ਪਾਤਸ਼ਾਹ, ਹਰ ਰਾਏ ਸਾਹਿਬ, ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਮਹਾਰਾਜ। ਅੱਜ ਜਿੰਨੇ ਵੀ ਜੋਤ ਦੇ ਦਰਸ਼ਨ ਕਰਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਰ ਸਕਦੇ ਆ। ਗੁਰੂ ਨਾਨਕ ਤੇ ਜੋਤ ਨੇ, ਸਰੀਰ ਤੇ ਹੈ ਹੀ ਨਹੀਂ। ਗੁਰੂ ਨਾਨਕ ਆਪਣੇ ਆਪ ਨੂੰ ਸਾਰੀ ਉਮਰ ਉਹਨਾਂ ਨੇ ਕਿਹਾ ਵੇ ਕਿ ਮੱਕਾ ਤੇ ਬਨਾਰਸ ਇਕੱਠਾ ਕੀਤਾ ਵੇ। ਉਹਨਾਂ ਨੇ ਹਿੰਦੂ ਮੁਸਲਮ ਨੂੰ, ਕੁਰਾਨ ਤੇ ਪੁਰਾਨ ਨੂੰ ਇਕੱਠਾ ਕਰਕੇ ਚੱਲੇ ਨੇ। ਜੇ ਨਹੀਂ ਵਿਸ਼ਵਾਸ ਤੇ ਇਤਿਹਾਸ ਪੜ੍ਹ ਲਓ, ਭਾਈ ਮਰਦਾਨਾ ਜੀ ਮੁਸਲਮਾਨ ਸਨ, ਬਾਲਾ ਜੀ ਹਿੰਦੂ ਸਨ। ਮਹਾਰਾਜ ਨੇ ਸੰਦੇਸ਼ ਦਿੱਤਾ ਕਿ ਇਕੱਠਾ ਕਰਨ ਵਾਸਤੇ, ਇੱਕ ਧਰਤੀ ਦੇ ਦੁਨੀਆ ਦੇ ਲੋਕੋ, ਸਭ ਧਰਮ ਇੱਕੋ ਨੇ, ਤੁਸੀਂ ਇਕੱਠੇ ਚਲੋ। ਸਰਵ ਧਰਮ ਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੁਹਾਡੇ ਕਰਮ ਚੰਗੇ ਹੋਣ, ਉਹ ਸੱਚਾ ਧਰਮ ਹੈ। ਮਹਾਰਾਜ ਨੇ ਸਾਰੀ ਉਮਰ ਇਕੱਠਾ ਕੀਤਾ, ਪਰ ਉਹ ਹਿੰਦੂ ਮੁਸਲਮਾਨਾਂ ਨੇ ਲੜ ਕੇ, ਇੱਕ ਨੇ ਅੱਧੀ ਚੱਦਰ ਉਹਦੇ ਲੈ ਲਈ, ਅੱਧੀ ਉਧਰ ਲੈ ਲਈ। ਮਹਾਰਾਜ ਜੀਂਦਿਆਂ ਜੀ ਜੋੜਨ ਆਏ। ਸਾਡੇ ਮੰਦਭਾਗੀ ਉਸ ਟਾਈਮ ਦੇ ਲੋਕ, ਉਹਨਾਂ ਨੇ ਉਸ ਚੱਦਰ ਨੂੰ, ਮਹਾਰਾਜ ਨੂੰ ਵੱਖਰਾ ਵੱਖਰਾ ਕਰ ਦਿੱਤਾ। ਕਿਸੇ ਨੇ ਉੱਥੇ ਮੜੀ ਬਣਾ ਦਿੱਤੀ, ਕਿਸੇ ਨੇ ਕਬਰ ਬਣਾ ਦਿੱਤੀ, ਔਰ ਐਸੀ ਵੰਡ ਪਾਈ, ਉੱਥੇ ਹੀ ਬੁਨਿਆਦ ਪੈ ਗਈ, ਜਿਹੜੀ ਅੱਜ ਵੀ ਉਹ ਬੁਨਿਆਦ 47 ਦੇ ਵਿੱਚ ਹੀ ਉਹ ਬੁਨਿਆਦ ਪੂਰੀ ਹੋਈ। ਉਹ ਜਿਹੜੇ ਡਿਫਰੈਂਸਿਸ ਸੀ ਨਾ ਹਿੰਦੂ ਮੁਸਲਮਾਨ ਦੇ, ਜਿਹੜੇ ਇਕੱਠੇ ਵਾਲੇ ਮਹਾਰਾਜ ਨੇ ਜੋ ਸੰਦੇਸ਼ ਦਿੱਤਾ ਸੀ, ਉਹਦੀ ਐਸੀ ਮੋਹਰ ਲੱਗੀ ਕਿ ਉਹਦੀ ਵੰਡ ਹੋ ਗਈ। ਔਰ ਦੇਖੋ, ਕਰਤਾਰਪੁਰ ਤੋਂ ਹੀ ਵੰਡ ਹੋਈ ਹੈ। ਇੱਧਰ ਡੇਰਾ ਬਾਬਾ ਨਾਨਕ ਦੇ ਵਿੱਚ ਰਾਵੀ ਨਦੀ ਹੈ ਤੇ ਸਾਹਮਣੇ ਕਰਤਾਰਪੁਰ ਹੈ, ਉੱਥੋਂ ਹੀ ਵੰਡ ਪਈ। ਤੇ ਮਹਾਰਾਜ ਨੇ, ਉਹਨਾਂ ਨੇ, ਕਿਸੇ ਨੇ ਮੜੀ ਬਣਾ ਲਈ, ਕਿਸੇ ਨੇ ਕਬਰ ਬਣਾ ਲਈ। ਔਰ ਨੇਤ ਪਰਮੇਸ਼ਰ ਦੀ ਉਸ ਰਾਤ ਨੂੰ ਰਾਵੀ ਇਤਨੀ ਚੜੀ, ਇਤਨਾ ਹੜ ਆਇਆ ਰਾਵੀ ਤੇ, ਨਾ ਕਬਰ ਰਹੀ ਤੇ ਨਾ ਮੜੀ ਰਹੀ। ਅਰੇ ਗੁਰੂ ਨਾਨਕ ਕੋਈ ਮੜੀ ਤੇ ਕਬਰਾਂ ਵਿੱਚ ਰਹਿਣ ਵਾਲੇ ਥੋੜਾ ਸਨ। ਜੋਤ, ਜੇ ਗੁਰੂ ਨਾਨਕ ਦੀ ਮਰਜ਼ੀ ਨਹੀਂ ਸੀ ਕਬਰ ਵਿੱਚ ਰਹਿਣ ਦੀ, ਤੇ ਕਿਸੇ ਦੀ ਹਿੰਮਤ ਹੈ ਕਿ ਉਹਨੂੰ ਕਬਰ ਵਿੱਚ ਜਾਂ ਮੜੀ ਵਿੱਚ ਪਾ ਸਕਦਾ ਹੈ? ਕਿਸੇ ਦੀ ਹਿੰਮਤ ਨਹੀਂ ਹੈ। ਗੁਰੂ ਨਾਨਕ ਨੂੰ ਸਰੀਰ ਨਾ ਸਮਝੋ। ਮੈਂ ਅਕਸਰ ਬੇਨਤੀ ਕਰਨਾ, ਗੁਰੂ ਨਾਨਕ ਜੋਤ ਨੇ। ਅਸੀਂ ਸਰੀਰ ਸਮਝ ਕੇ ਅਸੀਂ ਭੁਲੇਖਾ ਖਾ ਗਏ। ਅਸੀਂ ਸਰੀਰ ਸਮਝ ਕੇ ਅਸੀਂ ਗੁਰੂ ਤੋਂ ਦੂਰ ਹੋ ਗਏ। ਗੁਰੂ ਨਾਨਕ ਜੋਤ ਸਨ, ਗੁਰੂ ਨਾਨਕ ਨੂਰ ਸਨ, ਗੁਰੂ ਨਾਨਕ ਗਿਆਨ ਸਨ, ਗੁਰੂ ਨਾਨਕ ਪ੍ਰਕਾਸ਼ ਸਨ, ਗੁਰੂ ਨਾਨਕ ਵਿਵੇਕ ਸਨ, ਜੋ ਵੰਡਣ ਆਏ ਸਨ। ਖੁਸ਼ਬੂ ਨੂੰ ਕੀ ਪਕੜ ਕਰ ਲੋਗੇ? ਖੁਸ਼ਬੂ ਦੀ ਕੀ ਪੂਜਾ ਕਰੋਗੇ? ਪੂਜਾ ਨਹੀਂ ਕਰਨੀ, ਖੁਸ਼ਬੂ ਦਾ ਆਨੰਦ ਲੈਣਾ ਹੈ। ਬਾਣੀ ਨੂੰ ਕੋਈ ਕਹੇ ਕਿ ਬਾਣੀ ਦਾ ਮੈਂ ਪੁਜਾਰੀ ਨਹੀਂ ਬਣਨਾ, ਬਾਣੀ ਦੇ ਉੱਤੇ ਪਹਿਰਾ ਦੇਣਾ ਹੈ। ਵਾਹ ਵਾਹ, ਬਾਣੀ ਨਿਰੰਕਾਰ ਹੈ, ਤਿਸ ਜੇਵੜਾ ਵਰ ਨਾ ਕੋਏ। ਜੇ ਆ ਜੋਤੀ ਜੋਤ ਸਮਾਨ ਦਾ ਅਸੀਂ ਦਿਵਸ ਮਨਾ ਰਹੇ ਹਾਂ ਨਾ, ਤੇ ਗੁਰੂ ਨਾਨਕ ਦੇ ਸੰਦੇਸ਼ ਨੂੰ ਸਮਝ ਲਈਏ ਕਿ ਗੁਰੂ ਨਾਨਕ ਵੰਡੀਆਂ ਪਾਣ ਨਹੀਂ ਆਏ ਸਨ, ਅਸੀਂ ਲੋਕਾਂ ਨੇ ਵੰਡੀਆਂ ਪਾ ਦਿੱਤੀਆਂ। ਗੁਰੂ ਨਾਨਕ ਪਾਤਸ਼ਾਹ ਨੇ ਸਭ ਦਾ ਕੰਡਮ ਕੀਤਾ ਹੈ, ਮਹਾਰਾਜ ਨੇ ਸ਼ਰਾਧਾਂ ਦਾ ਵੀ ਕੰਡਮ ਕੀਤਾ ਹੈ। ਸਾਡੇ ਮੰਦਭਾਗੀ ਲੋਕ ਗੁਰੂ ਨਾਨਕ ਦੇ ਸ਼ਰਾਧ ਮਨਾਉਣ ਲੱਗ ਪਏ ਨੇ। ਦੇਖੋ, ਜਿਹੜਾ ਪਿਓ ਸਾਨੂੰ ਕਹਿੰਦਾ ਸੀ ਇਹ ਕੰਮ ਕਰਨਾ ਬਿਲਕੁਲ ਗਲਤ ਹੈ, ਅਸੀਂ ਗੁਰੂ ਨਾਨਕ ਦੇ ਸ਼ਰਾਧ ਮਨਾਉਣ ਲੱਗ ਪਏ ਹਾਂ। ਜੇ ਅੱਜ ਜੋਤੀ ਜੋਤ ਦਿਵਸ ਮਨਾ ਰਹੇ ਹਾਂ ਨਾ, ਜੋਤੀ ਜੋਤ ਹੈ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਉਹ ਤੇ ਜੋਤ ਆਈ ਸੀ, ਜੋਤ ਜੋਤ ਵਿੱਚ ਮਿਲ ਗਈ, ਤੇ ਫਿਰ ਸਰੀਰ ਦਾ ਕਿੱਥੇ ਕੰਮ ਆ ਗਿਆ? ਗੁਰੂ ਨਾਨਕ ਨੇ ਇਹੀ ਸਮਝਾਇਆ ਸੀ ਕਿ ਮੈਂ ਜੋਤ ਹਾਂ, ਤੇ ਜੋਤ ਦੀ ਪੂਜਾ ਨਹੀਂ ਹੁੰਦੀ, ਜੋਤ ਨੂੰ ਅਰਾਧਿਆ ਜਾਂਦਾ ਹੈ, ਜੋਤ ਦੇ ਉੱਤੇ ਅਮਲ ਕਰਿਆ ਜਾਂਦਾ ਹੈ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਤੇ ਸ਼ਬਦ ਵਿੱਚ ਬੈਠਾ ਹੈ। ਗੁਰੂ ਨਾਨਕ ਕਿੱਥੇ ਦੂਰ ਨਹੀਂ ਗਿਆ, ਅੱਜ ਵੀ ਹੈ। ਔਰ ਗੁਰੂ ਨਾਨਕ ਪਾਤਸ਼ਾਹ ਉਸ ਧਰਤੀ ਦੇ ਉੱਤੇ ਦੇਖੋ, ਜਿਨ੍ਹਾਂ ਨੇ ਮੜੀ ਵੀ ਬਣਾਈ ਸੀ, ਕਬਰ ਵੀ ਬਣਾਈ ਸੀ, ਪਰ ਰਾਵੀ ਨੇ ਐਸਾ ਰੋੜਿਆ। ਮਹਾਰਾਜ ਦਾ ਹੁਕਮ ਨਹੀਂ ਸੀ ਨਾ, ਮਹਾਰਾਜ ਨਹੀਂ ਚਾਹੁੰਦੇ ਸੀ ਮੇਰੀ ਕੋਈ ਮੜੀ ਬਣੇ, ਕੋਈ ਕਬਰ ਬਣੇ। ਮੈਂ ਤੇ ਅੱਜ ਕਹਿਣਾ ਵੀ ਪਏਗਾ, ਮੈਨੂੰ ਕਹਿ ਹੀ ਦੇਣਾ, ਸੰਤ ਸਿੰਘ ਜੀ ਮਸਕੀਨ ਸਾਰੀ ਉਮਰ ਇਸ ਦੇ ਉੱਤੇ ਬਹੁਤ ਵਿਚਾਰਾਂ ਕਰਕੇ ਗਏ ਨੇ। ਅਸੀਂ ਉਹਨਾਂ ਦੀ ਵੀ ਕਬਰ ਬਣਾ ਦਿੱਤੀ।
पर साध संगत सानू कबरां नूं पूजन नहीं। कौ भूतान को पूजत है पस। पस कौन हुंदा है? पशु। किवें पढ़ना? कौ भूतान को पूजत है पस, कौ मिरतान को पूजन तायो। जिहड़ा बुतां नूं कोई कबरां नूं पूजदा ना वो पशु है। महाराज कहंदे कूर क्रिया उजियो सभी, जग श्री भगवान को भेद ना पायो। तो गुरु नानक पातशाह दा ये संदेश है भाई, शब्द दे नाल लगो, शरीरां दे नाल ना जुड़ो। गुरु शरीर नहीं है, मैं बार बार तवज्जो देना, गुरु शरीर नहीं है, गुरु जोत है। ताही जागती जोत क्या है? शरीर मिट जाणगे, शरीर एक दिन खत्म हो जाणगे, शरीर एक दिन जल जाणगे, शब्द ना जलेगा, क्योंकि वो ना उन्होंने कोई चोरी कर सकेगा। गुरु का बचन बसे जी नाले, जल नहीं डूबे, तस्कर नहीं लेवे, भा न साके जाले, निर्तन को तन अंधले को टिक, मात दूत जैसे बाले, सागर में बोएत पायो हर नानक, करी किरपा किरपाले। ना वो बचन उदे जला सकता है कोई, ना अग कोई जाल जला सकती है, चोर चोरी नहीं कर सकता, जल नहीं डूबे, ना चोर चोरी कर सकता है, जल नहीं डूबे, तस्कर नहीं लेवे, भा ना साके जाले, ना अग साड़ सकती है। देखो मेरे अंदर जे तुसी कोई डॉक्टर बैठा है, मैं एक उदाहरण दे के समाप्ति करा। जे कोई पाकिस्तान रहिंदे सन, वंड हो गई, हाँ जी आपस में वंड हुई, पार्टीशन हो पै गया, जेडे डॉक्टर सन वो इंडिया आ गए वापस, इधर दे डॉक्टर उधर चले गए, उधर दे टीचर इधर आ गए, टीचर इधर दे उधर चले गए। हुण देखो एक गल, जिन्हां कोल पैसा सी, जिन्हां दी घर बार सन, वो तो उत्थे ही रह गए, पर जिन्हां कोल डॉक्टरी सी, जिन्हां कोल कोई गुण सी, कोई इंजीनियर सी, वो आए इत्थे, उन्हां दा गुण तो नहीं गया ना, अंदरों नहीं गया ना, उन्हां दा गुण उन्हां दे कोल ही रहा, उन्होंने आके डॉक्टरी इत्थे कर ली, इधर दे डॉक्टरां ने उत्थे कर ली, जिन्हां कोल खाली पैसा सी, जिन्हां दे मकान सन, वो उत्थे रह गए। इसे करके शब्द नूं जे असीं शब्द मरो फिर जीवो सदी, जे शब्द साडे हिरदे विच होएगा, बाणी कंठ होएगी, बाणी नाल प्यार होएगा, तो बाणी दी मौत होनी कोई नहीं। वो तुसीं जिथे जाके मर्जी कैश करा लो, कैश मीनस जपजी साहब बाणी कंठे, किथे गड्डी च भी बैठे हो उत्थे पढ़ के कैश कर लो, बाणी दी मौत थोड़ा है। ये गुण ने, और गुण और जिन्ने साडे विच गुण ने ना, कई बच्चे देखो जमदे ही 5-6 साल दे इतनी बाणी कंठ होंदी है, दरअसल उन्हां दा पिछले कर्मां दा, पिछले जन्मां दा खजाना उन्हां नूं पहलां ही मिल जांदा है, क्योंकि बाणी दी मौत नहीं होई, शरीर दी मौत हो गई। बच्चे नूं जला दिता, हुण डॉक्टर है, डॉक्टर दी मौत होएगी, इधर आ जाओ, पर उन्होंने फिर अगले जन्म में डॉक्टरी करनी पेगी, 28-30 साल जिन्हें भी पढ़ाई करनी है। पर जे तुहानूं बाणी कंठ कीर्तन आउंदा होएगा, विचारां आउंदियां होणगियां, जे जन्म अगला मिल गया, ये खजाना तुहाडे कोल होएगा, अगों तुहानूं होर मिलना शुरू हो जाएगा, क्योंकि बाणी साडे नाल जांदी है। प्रभ की बाणी, बाणी प्रभ की सब को बोले, आप अडोल ना कबू डोले। सो गुरु नानक पातशाह दा अज ज्योति जोत समान दा दिवस है। सारियां संगतां महाराज किरपा करन, दरों करों नाम दियां दातां बख्शण, सानू शब्द गुरु दे नाल जुड़न दी एक प्यार, एक आस्था, एक शरीर रूपी असी गुरु नानक नूं ना समझिए। असी ओ जे शरीर होंदे तो शरीर ते फिर लभ्या ही नहीं, फिर महाराज दा ते शरीर नहीं सन, वो जोत विच सन। असी भी जोत विच ही, जो जल में जल आए कठाना, त्यो ज्योति संग जोत समाना। तो महाराज किरपा करन, असी परमात्मा दियां इस गुरु नानक पातशाह दियां बख्शिशां झोली विच पाइए। सारे अरदास करो कि विसर नाहीं दातार, अपना नाम देहो, गुण गावां दिन रात, नानक चाओ एहो। सारियां दा तह दिल तो धन्नवाद। और वीर जी मेरे सत्कारयोग वीर जी जगजीत सिंह जी आनंद, भैन जी मनिंदर कौर जी, ते सारे परिवार नूं, सारी इन्हां दी फुलवाड़ी नूं लख लख वधाइयां दास वल्लों, संगत वल्लों। और गुरु ग्रंथ साहिब दीयां वधाइयां ते सवेर तो ही लै रहे ने, संगत दीयां वधाइयां। ये
ਆਪ ਸਾਰੇ WhatsApp ਰਾਹੀਂ ਇਹਨਾਂ ਨੂੰ ਭੇਜ ਰਹੇ ਹੋ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਮਹਾਰਾਜ ਕਿਰਪਾ ਕਰਨ, ਜਿਤਨੇ ਵੀ ਇਹਨਾਂ ਦੇ ਸਵਾਸ ਨੇ ਮਹਾਰਾਜ ਇਸੇ ਤਰ੍ਹਾਂ ਪਰਸਪਰ ਪਿਆਰ ਔਰ ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜੇ ਰਹਿਣ। ਸਾਰੀ ਸੰਗਤ ਦਾ ਤਹਿ ਦਿਲ ਤੋਂ